एक ओंकार सतनाम करता पुरख निरभਉ निर्वैर अकाल मूरत अजूनी सैभं गुर प्रसाद। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਨਾਲ ਮਨ ਕਰਕੇ ਜੁੜੀ ਹੋਈ ਸਾਧ ਸੰਗਤ ਜੀਓ, ਸਭ ਤੋਂ ਪਹਿਲਾਂ ਫਤਿਹ ਦੀ ਸਾਂਝ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਜਨ, ਆਪਾਂ ਇੱਕ ਸ਼ਬਦ ਰੋਜ਼ ਵਿਚਾਰਦੇ ਹਾਂ। ਆਓ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਅੰਕ 327 ਤੇ ਸੁਭਾਏਮਾਨ ਸ਼ਬਦ ਕਬੀਰ ਜੀ ਦਾ ਜੋ ਗੌੜੀ ਰਾਗ ਵਿੱਚ ਹੈ ਉਸ ਦਾ ਵਿਚਾਰ ਆਪਾਂ ਕਰਦੇ ਹਾਂ। ਗੌੜੀ ਕਬੀਰ ਜੀ ਪਿੰਡ ਮੂਏ ਜੀਓ ਕਹਿ ਕਰ ਜਾਤਾ। ਇਸ ਪੰਕਤੀ ਵਿੱਚ ਬੜਾ ਗਹਿਰਾ ਸਵਾਲ ਹੈ। ਜਦੋਂ ਸਾਨੂੰ ਇਹ ਚੀਜ਼ ਸਮਝ ਪੈ ਜਾਏਗੀ ਕਿ ਮੈਂ ਮੇਰੀ ਹੈ ਕੀ, ਮਾਇਆ ਹੈ ਕੀ, ਫਿਰ ਸਾਨੂੰ ਇਸ ਤਰ੍ਹਾਂ ਦੀਆਂ ਜੋ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਪਵਿੱਤਰ ਪੰਕਤੀਆਂ ਹਨ, ਉੱਚੀ ਅਵਸਥਾ ਦੀਆਂ ਹਨ, ਉਹਨਾਂ ਨੂੰ ਸਮਝ ਪੈਣਾ ਸ਼ੁਰੂ ਹੋ ਜਾਏਗੀ, ਉਹਨਾਂ ਦੀ ਸਮਝ ਪੈਣੀ ਸ਼ੁਰੂ ਹੋ ਜਾਏਗੀ। ਮਾਇਆ ਹੈ ਕੀ? ਮਾਇਆ ਦਾ ਪਹਿਲਾ ਜਿਹੜਾ ਸਟੈਪ ਹੈ ਉਹ ਹੈ ਸਰੀਰ। ਪਹਿਲਾ ਪੜਾਓ ਹੈ ਜਿਹੜਾ ਸਰੀਰ ਹੈ। ਅਸੀਂ ਸਰੀਰ ਨੂੰ ਮੈਂ ਸਮਝੀ ਬੈਠੇ ਹਾਂ ਵੀ ਮੈਂ ਸਰੀਰ ਹਾਂ। ਹੁਣ ਫਿਰ ਸਰੀਰ ਦਾ ਮੋਹ ਪੈ ਰਿਹਾ ਹੈ। ਮਾਇਆ ਮੋਹ ਵਿੱਚ ਪਹਿਲਾ ਮੋਹ ਵੀ ਸਰੀਰ ਦਾ ਹੀ ਹੈ। ਇੱਥੇ ਕਬੀਰ ਸਾਹਿਬ ਜੀ ਇਸ ਸਵਾਲ ਨੂੰ ਉਠਾਉਂਦੇ ਹਨ। ਇਸ ਸਵਾਲ ਜੋ ਸਾਡੇ ਮਨ ਵਿੱਚ ਆਉਂਦਾ ਹੈ, ਉਸ ਸਵਾਲ ਨੂੰ ਉਠਾਉਂਦੇ ਹਨ ਕਿ ਸਰੀਰ ਦਾ ਮੋਹ ਜਦੋਂ ਦੂਰ ਹੋ ਜਾਂਦਾ ਹੈ, ਇਹ ਆਤਮਾ ਫਿਰ ਕਿੱਥੇ ਟਿਕਦਾ ਹੈ? ਭਾਵ ਪਹਿਲਾਂ ਤਾਂ ਬੰਦਾ ਸਰੀਰ ਦੇ ਮੋਹ ਵਿੱਚ ਭੱਜਿਆ ਫਿਰਦਾ, ਮਾਇਆ ਦਾ ਮੋਹ ਕਰਕੇ ਮਸਤ ਰਹਿੰਦਾ ਹਰ ਸਮੇਂ। ਪਰ ਜਦੋਂ ਇਹ ਮਾਇਆ ਦਾ ਮੋਹ ਯਾਨੀ ਸਰੀਰ ਦਾ ਮੋਹ ਦੂਰ ਹੋ ਜਾਂਦਾ ਹੈ, ਫਿਰ ਇਹ ਮਨ ਦਾ ਟਿਕਾ ਕਿੱਥੇ ਬਣਦਾ? ਯਾਨੀ ਇਹ ਸੁਰਤ ਫਿਰ ਕਿੱਥੇ ਜੁੜਦੀ ਹੈ? ਇਹ ਸੁਰਤ ਕਿੱਥੇ ਜਾਂਦੀ ਹੈ ਜਾਂ ਕਿੱਥੇ ਜੁੜਦੀ ਹੈ? ਇਸ ਦਾ ਜਵਾਬ ਵੀ ਕਬੀਰ ਸਾਹਿਬ ਜੀ ਦੂਜੀ ਪੰਕਤੀ ਵਿੱਚ ਹੀ ਦੇ ਦਿੰਦੇ ਹਨ। ਸ਼ਬਦ ਅਤੀਤ ਅਨਾਹਦ ਰਾਤਾ। ਸ਼ਬਦ, ਗੁਰੂ ਦੇ ਸ਼ਬਦ ਰਾਹੀਂ। ਉੱਤਰ ਇਹ ਹੈ ਕਿ ਫਿਰ ਆਤਮਾ ਸਤਿਗੁਰ ਦੇ ਸ਼ਬਦ ਦੀ ਬਰਕਤ ਨਾਲ ਉਸ ਪ੍ਰਭੂ ਨਾਲ ਜੁੜਿਆ ਰਹਿੰਦਾ ਹੈ, ਜੋ ਪ੍ਰਭੂ ਇਨ ਸਾਰੇ ਸੰਸਾਰ ਦੇ ਬੰਧਨਾਂ ਤੋਂ ਮੁਕਤ ਹੈ ਤੇ ਇੱਕ ਰਸ ਇਸ ਸੰਸਾਰ ਵਿੱਚ ਵਸ ਰਿਹਾ ਹੈ। ਦੇਖੋ ਸਵਾਲ ਕੀ ਹੈ ਕਿ ਜਦੋਂ ਮਾਇਆ ਦਾ ਮੋਹ ਟੁੱਟੇਗਾ ਤੇ ਮਨ ਕਿੱਥੇ ਜੁੜੇਗਾ? ਤੇ ਗੁਰੂ ਜੀ ਕਹਿੰਦੇ ਮਨ ਗੁਰੂ ਦੇ ਸ਼ਬਦ ਰਾਹੀਂ ਪਰਮਾਤਮਾ ਨੂੰ ਪਛਾਣ ਲਏਗਾ ਤੇ ਉਹਦੇ ਵਿੱਚ ਜੁੜ ਜਾਏਗਾ। ਅਨਾਹਦ ਰਾਤਾ, ਉਹ ਪਰਮਾਤਮਾ ਜਿਹੜਾ ਇੱਕ ਰਸ ਸਾਰੇ ਸੰਸਾਰ ਤੇ ਵਸਿਆ ਹੋਇਆ, ਉਹਦੇ ਨਾਲ ਸੁਰਤ ਜੁੜ ਜਾਏਗੀ। ਹੁਣ ਜੇ ਆਪਾਂ ਇਸ ਨੂੰ ਉੱਚੀ ਅਵਸਥਾ ਤੋਂ ਥੋੜ੍ਹਾ ਆਪਾਂ ਸੋਚੀਏ ਤੇ ਬੰਦਾ ਜੇ ਜਦੋਂ ਤੱਕ ਉਹਨੂੰ ਮਾਇਆ ਦਾ, ਸਰੀਰ ਦਾ ਇਹ ਮੋਹ ਹੈ, ਉਦੋਂ ਤੱਕ ਉਹਦੇ ਅੰਦਰ ਪਰਮਾਤਮਾ ਦੀ ਯਾਦ ਪੈਦਾ ਨਹੀਂ ਹੁੰਦੀ, ਕਿਉਂਕਿ ਉਹ ਤੇ ਮਾਇਆ ਵਿੱਚ ਲੱਗਿਆ ਹੋਇਆ ਹੈ। ਮਾਇਆ ਨੂੰ ਸਿਰਫ ਪੈਸਾ ਧੇਲਾ ਨਾ ਸਮਝ ਕੇ ਗਹਿਰਾਈ ਨਾਲ ਸਮਝੀਏ। ਹੁਣ ਜਦੋਂ ਗਹਿਰਾਈ ਨਾਲ ਸਮਝਾਂਗੇ, ਪਹਿਲੀ ਮਾਇਆ ਕੀ ਹੈ? ਸਰੀਰ। ਸਰੀਰ ਦਾ ਮੋਹ ਟੁੱਟਿਆ ਆਤਮਾ ਕਿੱਥੇ ਸਮਾਉਂਦੀ ਹੈ? ਰੱਬ ਵਿੱਚ, ਅਕਾਲ ਪੁਰਖ ਵਾਹਿਗੁਰੂ ਵਿੱਚ, ਅੱਲਾ ਦੇ ਗੋਡ ਵਿੱਚ, ਜੋ ਮਰਜ਼ੀ ਨਾਲ ਲੈ ਲਓ ਉਸ ਅਕਾਲ ਪੁਰਖ ਵਾਹਿਗੁਰੂ ਦਾ, ਉਸ ਵਿੱਚ ਸਮਾ ਜਾਂਦੀ ਹੈ। ਸਮਾਉਂਦੀ ਕਿਵੇਂ ਹੈ? ਗੁਰੂ ਦੇ ਸ਼ਬਦ ਰਾਹੀਂ। ਜਿਨ ਰਾਮ ਜਾਣਿਆ ਤਿਨੇ ਪਛਾਣਿਆ। ਪਰ ਜਿਸਨੇ ਵੀ ਆਪਣੇ ਅੰਦਰੋਂ, ਆਪਣੇ ਅੰਦਰ ਵਸਦੇ ਉਸ ਮਾਲਕ ਨੂੰ ਜਾਣ ਲਿਆ, ਉਸ ਨੇ ਫਿਰ ਉਹ ਸਮਝ ਲਓ ਰਵੇਂ ਹੋਏ ਰਾਮ ਨੂੰ ਵੀ ਪਛਾਣ ਲਿਆ। ਜਿਨ ਰਾਮ ਜਾਣਿਆ ਤਿਨੇ ਪਛਾਣਿਆ, ਉਹ ਫਿਰ ਸਾਰੇ ਸੰਸਾਰ ਵਿੱਚ ਵਸਦੇ ਉਸ ਰਾਮ ਨੂੰ, ਰਵੇਂ ਹੋਏ ਰਾਮ ਨੂੰ ਵੀ ਸਮਝ ਲੈਂਦੇ ਹੈ। ਜੋ ਗੂੰਗੇ ਸਾਕਰ ਮਨ ਮਾਨਿਆ।
ਇੱਥੇ ਫਿਰ ਇੱਕ ਦ੍ਰਿਸ਼ਟਾਂਤ, ਇੱਕ ਉਦਾਹਰਨ ਦਿੰਦੇ ਆ ਕਬੀਰ ਜੀ। ਉਹ ਕਿਹੜਾ ਹੈ? ਭਗਤ ਕਬੀਰ ਜੀ ਕਹਿੰਦੇ ਹੈ, ਜਿਵੇਂ ਗੂੰਗਾ ਬੰਦਾ ਸ਼ੱਕਰ ਖਾ ਲਵੇ ਤੇ ਇਹ ਸ਼ੱਕਰ ਦਾ ਸਵਾਦ ਉਹ ਸਾਨੂੰ ਦੱਸ ਥੋੜ੍ਹੀ ਸਕਦਾ, ਦੱਸ ਨਹੀਂ ਸਕਦਾ, ਪਰ ਮੁਸਕਰਾਏਗਾ, ਅਸੀਂ ਸਮਝ ਸਕਦੇ ਹਾਂ ਕਿ ਉਹਨੂੰ ਮਿੱਠੀ ਲੱਗੀ ਜਾਂ ਚੰਗੀ ਲੱਗੀ, ਪਰ ਸਾਨੂੰ ਨਹੀਂ ਦੱਸ ਸਕਦਾ। ਇਸ ਤਰ੍ਹਾਂ ਹੀ ਜਿਹੜਾ ਬੰਦਾ ਦੇਹ ਦਾ ਅਧਿਆਸ ਜਿਹਨੀ ਦੇਹ ਦਾ ਮੋਹ ਛੱਡ ਕੇ ਪਰਮਾਤਮਾ ਵਿੱਚ ਲੀਨ ਹੋ ਜਾਂਦਾ ਹੈ ਗੁਰੂ ਦੇ ਸ਼ਬਦ ਰਾਹੀਂ, ਉਹ ਇਹ ਦੱਸ ਨਹੀਂ ਸਕਦਾ ਕਿ ਅਵਸਥਾ ਕੈਸੀ ਹੈ। ਗੂੰਗੇ ਦੀ ਮਠਿਆਈ ਵਾਂਗ ਹੈ, ਜਿਵੇਂ ਗੂੰਗੇ ਨੂੰ ਮਿੱਠਾ ਖਵਾਇਆ ਜਾਵੇ ਤੇ ਉਹ ਦੱਸ ਨਹੀਂ ਸਕਦਾ। ਐਸਾ ਗਿਆਨ ਕਥੈ ਬਨਵਾਰੀ, ਇਹੋ ਜਿਹਾ ਗਿਆਨ ਬੰਦੇ ਦੇ ਅੰਦਰ ਉਹ ਮਾਲਕ ਆਪ ਹੀ ਪ੍ਰਗਟ ਕਰਦਾ ਹੈ। ਭਾਵ ਪਰਮਾਤਮਾ ਦੇ ਨਾਲ ਮਿਲਣ ਦਾ ਜੋ ਸਵਾਦ ਹੈ, ਆਨੰਦ ਹੈ, ਉਹ ਵੀ ਉਹ ਆਪ ਹੀ ਦਿੰਦਾ ਹੈ। ਮਨ ਰੇ ਪਵਨ ਦਿਰੜ ਸੁਖ ਮਨ ਨਾਰੀ ਰਹਾਓ। ਗੁਰੂ ਜੀ ਕਹਿੰਦੇ ਐ ਜੋਗੀ, ਜੇ ਤੂੰ ਇਹ ਸੁਖਮਨ ਨਾੜੀ ਹੋਰ ਇਹ ਅਭਿਆਸ ਕਰਦਾ ਤੂੰ, ਤੇ ਇਹਨਾਂ ਅਭਿਆਸਾਂ ਦੀ ਬਜਾਏ ਜੇ ਕਿਤੇ ਤੂੰ ਸਵਾਸ ਉਸ ਮਾਲਕ ਨੂੰ ਚੇਤੇ ਵਿੱਚ ਰੱਖੇ, ਤੇ ਫਿਰ ਇਹ ਤੇਰਾ ਜਿਹੜਾ ਪਰਮਾਤਮਾ ਨਾਲ ਮਿਲਣ ਦਾ ਰਾਹ ਹੈ ਇਹ ਸਹੀ ਹੋ ਜਾਏਗਾ। ਜਿਨੀ ਤੂੰ ਸਵਾਸ ਉਸ ਪਰਮਾਤਮਾ ਨੂੰ ਯਾਦ ਕਰ, ਉਹਦਾ ਨਾਮ ਸਿਮਰ, ਉਹਨੂੰ ਚੇਤੇ ਵਿੱਚ ਰੱਖ। ਇਹ ਰਹਾਉ ਦਾ ਬੰਦ ਹੈ, ਇਸ ਸ਼ਬਦ ਦਾ ਮੇਨ ਥੀਮ ਹੈ ਕਿ ਪਰਮਾਤਮਾ ਨੂੰ ਯਾਦ ਰੱਖਣਾ, ਪਰਮਾਤਮਾ ਦਾ ਸਿਮਰਨ ਹੀ ਸਭ ਤੋਂ ਵੱਡਾ ਗੁਣ ਹੈ। ਹੁਣ ਫਿਰ ਇਹ ਮਿਲੇਗਾ ਕਿੱਥੋਂ? ਪਰਮਾਤਮਾ ਦਾ ਸਿਮਰਨ ਮਿਲੇਗਾ ਕਿੱਥੋਂ? ਪਰਮਾਤਮਾ ਦੀ ਸਮਝ ਕਿੱਥੋਂ ਪਏਗੀ? ਇਹ ਗੱਲ ਗੁਰੂ ਜੀ ਸਾਨੂੰ ਅੱਗੇ ਸਮਝਾਉਂਦੇ ਹੈ। ਸੋ ਗੁਰ ਕਰੋ ਜੈ ਬੋਹਰ ਨ ਕਰਨਾ। ਗੁਰੂ ਜੀ ਕਹਿੰਦੇ ਐਸੇ ਗੁਰੂ ਨਾਲ ਜੁੜੋ, ਪੂਰਨ ਹੈ ਜਿਹੜਾ ਉਸ ਗੁਰੂ ਨਾਲ ਜੁੜੋ, ਤਾਂ ਕਿ ਦੂਜੀ ਵਾਰ ਗੁਰੂ ਦੀ ਧਾਰਨਾ ਨਾ ਕਰਨੀ ਪਵੇ, ਗੁਰੂ ਧਾਰਨਾ ਨਾ ਪਵੇ ਦੁਬਾਰੇ। ਐਸੇ ਪੂਰੇ ਗੁਰੂ ਦੇ ਚਰਨੀ ਲੱਗੋ ਕਿ ਦੁਬਾਰੇ ਲੋੜ ਹੀ ਨਾ ਪਵੇ। ਆਪਣੇ ਸ਼ਬਦਾਂ ਵਿੱਚ ਅਰਥ ਕਰ ਲੈਂਦੇ ਆਪਾਂ ਕਿ ਦੁਬਾਰੇ ਲੋੜ ਹੀ ਨਾ ਪਵੇ ਗੁਰੂ ਧਾਰਨ ਦੀ। ਐਸੇ ਪੂਰੇ ਗੁਰੂ ਨਾਲ ਜੁੜੋ। ਸੋ ਪਦ ਰਵੋ ਜੈ ਬੋਹਰ ਨ ਰਵਨਾ। ਉਸ ਟਿਕਾਣੇ ਦਾ, ਉਸ ਅਵਸਥਾ ਦਾ ਆਨੰਦ ਮਾਣੋ, ਤਾਂ ਕਿ ਹੋਰ ਕੋਈ ਆਨੰਦ ਮਾਣਨ ਦੀ ਚਾਹ ਹੀ ਨਾ ਰਵੇ ਅੰਦਰ, ਸਾਰੀਆਂ ਤ੍ਰਿਸ਼ਨਾਵਾਂ ਮੁੱਕ ਜਾਣ। ਪਰਮਾਤਮਾ ਨਾਲ ਜੁੜਨ ਵਾਲੀ ਉਸ ਅਵਸਥਾ ਦਾ ਆਨੰਦ ਮਾਣੋ, ਤਾਂ ਕਿ ਹੋਰ ਅਵਸਥਾਵਾਂ ਦੀ ਲੋੜ ਹੀ ਨਾ ਪਵੇ, ਫਿਰ ਹੋਰ ਕਿਸੇ ਤ੍ਰਿਸ਼ਨਾ ਦੀ ਲੋੜ ਹੀ ਨਾ ਪਵੇ। ਸੋ ਧਿਆਨ ਤਰੋ ਜੈ ਬੋਹਰ ਨ ਤਰਨਾ। ਬਿਰਤੀ ਨੂੰ, ਆਪਣੀ ਸੁਰਤ ਨੂੰ ਐਸੀ ਜੋੜੋ ਕਿ ਹੋਰ ਕਿਤੇ ਜੋੜਨ ਦੀ ਲੋੜ ਹੀ ਨਾ ਰਹੇ। ਅਕਾਲ ਪੁਰਖ ਵਾਹਿਗੁਰੂ ਕੋਲੋਂ ਸਭ ਕੁਝ ਆਉਂਦਾ ਹੈ, ਉਸ ਕੋਲੋਂ ਗਿਆਨ ਆਉਂਦਾ ਹੈ, ਸੁਰਤ ਜੋੜਨ ਦੀ ਕਿਰਪਾ ਵੀ ਉਸ ਕੋਲੋਂ ਆਉਂਦੀ ਹੈ। ਜੇ ਉਸ ਨਾਲ ਸੁਰਤ ਜੋੜ ਲਵਾਂਗੇ ਤੇ ਸਾਰੇ ਮਸਲੇ ਹੱਲ ਹੋ ਜਾਣਗੇ। ਐਸੇ ਮਰੋ ਜੈ ਬੋਹਰ ਨ ਮਰਨਾ। ਇਸ ਤਰ੍ਹਾਂ ਫਿਰ ਗੁਰੂ ਜੀ ਕਹਿੰਦੇ ਆਪਣੇ ਦੇਹ ਅਧਿਆਸ, ਇਸ ਸਰੀਰ ਦੇ ਮੋਹ ਨੂੰ ਛੱਡ ਦਿਓ, ਤੇ ਛੱਡਣ ਨਾਲ ਫਿਰ ਜਨਮ ਮਰਨ ਦੇ ਗੇੜ ਵਿੱਚ ਨਹੀਂ ਪਵਾਂਗੇ। ਇਹ ਮਰਨ ਜੰਮਣ ਦੇ ਗੇੜ ਤੋਂ ਬਾਹਰ ਨਿਕਲ ਜਾਵਾਂਗੇ। ਐਸਾ ਤਰੀਕਾ ਵਰਤੋ, ਕਬੀਰ ਜੀ ਕਹਿੰਦੇ, ਤਾਂ ਕਿ ਆਪਾਂ ਦੇਹ ਅਭਿਆਸ ਛੱਡ ਕੇ ਉਸ ਪਰਮਾਤਮਾ ਨਾਲ ਜੁੜ ਜਾਈਏ। ਹੁਣ ਆਪਣੇ ਬਾਰੇ ਇੱਕ ਗੱਲ ਕਹਿੰਦੇ ਹੈ, ਬੜੀ ਪਿਆਰੀ ਗੱਲ ਹੈ। ਕਬੀਰ ਸਾਹਿਬ ਜੀ ਬੜੇ ਧੀਰਜ ਨਾਲ ਇਹ ਗੱਲ ਦੱਸਦੇ ਆ ਆਪਣੇ ਸ਼ਬਦਾਂ ਵਿੱਚ। ਇੱਕ ਹੋਰ ਪੰਕਤੀ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਉਹਨਾਂ ਦੀ ਕਿ ਹਮ ਤੋ ਜਾਏ ਚੜ੍ਹੇ ਸਿੰਘਾਸਨ, ਮਿਲੇ ਹੈ ਸਾਰੰਗ ਪਾਣੀ, ਰਾਮ ਕਬੀਰਾ ਏਕ ਭਏ ਹੈ, ਕੋ ਨਾ ਸਕੈ ਪਛਾਣੀ।
ਹੁਣ ਇੱਥੇ ਵੀ ਉਸ ਤਰ੍ਹਾਂ ਦੀ ਹੀ ਇੱਕ ਵਿਚਾਰ ਭਗਤ ਕਬੀਰ ਜੀ ਸਾਨੂੰ ਦੇ ਰਿਹਾ ਹੈ। ਉਲਟੀ ਗੰਗਾ ਜਮਨ ਮਿਲਾਵੂੰ, ਮੈਂ ਆਪਣੀ ਮੱਤ ਨੂੰ ਮਾਇਆ ਵੱਲੋਂ ਪਰਤ ਲਿਆ, ਮੋੜ ਲਿਆ, ਉਲਟਾ ਲਿਆ, ਤੇ ਮੈਂ ਉਸ ਗੰਗਾ ਜਮਨ ਦੇ ਉਸ ਵਿੱਚ ਮੇਲ ਵਿੱਚ ਸੰਗਮ ਵਿੱਚ ਇਸ਼ਨਾਨ ਕਰ ਰਿਹਾ ਜਿੱਥੇ ਪਾਣੀ ਨਹੀਂ ਹੈ। ਯਾਨੀ ਮੇਰੀ ਸੁਰਤ ਤੇ ਪਰਮਾਤਮਾ ਦੀ ਯਾਦ, ਇਹਨਾਂ ਦਾ ਆਪਸ ਵਿੱਚ ਸੰਗਮ ਬਣ ਗਿਆ, ਤਰਵੈਣੀ ਬਣ ਗਈ ਹੈ। ਬਿਨ ਜਲ ਸੰਗਮ ਮਨ ਮਹਿ ਨਾਵੋ, ਹੁਣ ਮੈਂ ਤੀਰਥਾਂ ਤੇ ਇਸ਼ਨਾਨ ਨਹੀਂ ਕਰਦਾ, ਜਲ ਵਿੱਚ ਇਸ਼ਨਾਨ ਨਹੀਂ ਕਰਦਾ, ਆਪਣੇ ਮਨ ਨੂੰ ਇਸ ਅਵਸਥਾ ਵਿੱਚ ਰੱਖਦਾ, ਇਸ ਅਵਸਥਾ ਵਿੱਚ ਵਰਤਦਾ, ਇਸ ਅਵਸਥਾ ਮਨ ਰੂਪ ਇਸ ਸੰਗਮ ਵਿੱਚ ਇਸ਼ਨਾਨ ਕਰਦਾ। ਇਹ ਮੇਰਾ ਮਨ ਇਸ ਸੰਗਮ ਵਿੱਚ ਇਸ਼ਨਾਨ ਕਰਦਾ ਹੈ, ਜਿਹੜਾ ਪਰਮਾਤਮਾ ਦੀ ਨਾਮ ਰੂਪੀ ਸੰਗਮ ਹੈ। ਲੋਚਾ ਸੰਸਰ ਇਹੋ ਬਿਹਾਰਾ, ਹੁਣ ਮੈਨੂੰ ਸਾਰੇ ਸੰਸਾਰ ਤੇ ਸਭ ਇੱਕੋ ਜਿਹਾ ਦਿਸਦੇ ਹੈ, ਇੱਕੋ ਜਿਹਾ ਵੇਖ ਰਿਹਾ। ਇਹ ਮੇਰੀ ਬਰਤਨ ਬਣ ਗਈ ਹੈ, ਇਹ ਮੇਰੀ ਰਹਿਣੀ ਬਣ ਗਈ ਹੈ, ਇਹ ਮੇਰਾ ਵਿਹਾਰ ਬਣ ਗਿਆ। ਹੁਣ ਮੈਨੂੰ ਊਚ ਨੀਚ ਨਹੀਂ ਕੋਈ ਜਾਪਦਾ। ਤਤ ਵਿਚਾਰ ਕਿਆ ਅਵਰ ਵਿਚਾਰਾ, ਇੱਕ ਪ੍ਰਭੂ ਨੂੰ ਸਿਮਰ ਕੇ ਮੈਨੂੰ ਹੁਣ ਹੋਰ ਵਿਚਾਰ ਕਰਨ ਦੀ ਲੋੜ ਨਹੀਂ, ਹੋਰ ਵਿਚਾਰਾਂ ਨਾਲ ਜੁੜਨ ਦੀ ਲੋੜ ਨਹੀਂ, ਕਿਉਂਕਿ ਮੈਂ ਆਪ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਪਾ ਲਿਆ, ਉਹਦੇ ਨਾਲ ਜੁੜ ਗਿਆ। ਹਮ ਤੋ ਜਾਏ ਚੜੇ ਸਿੰਘਾਸਣ, ਮਿਲੇ ਹੈ ਸਾਰੰਗ ਪਾਣੀ, ਰਾਮ ਕਬੀਰਾ ਏਕ ਭਏ ਹੈ, ਕੋ ਨਾ ਸਕੈ ਨਿਸ਼ਾਨੀ। ਹੁਣ ਆਖਰੀ ਬੰਦਾ ਜੋ ਸ਼ਬਦ ਦਾ ਆਪ ਤੇਜ ਵਾਏ ਪ੍ਰਿਥਵੀ ਆਕਾਸ਼ਾ, ਜਿਵੇਂ ਪਾਣੀ, ਅੱਗ, ਹਵਾ, ਧਰਤੀ ਤੇ ਆਕਾਸ਼, ਭਾਵ ਇਹਨਾਂ ਤੱਤਾਂ ਦੇ ਸੀਤਲਤਾ ਆਦਿ ਸਭ ਗੁਣ ਵਾਂਗ ਮੈਂ ਵੀ ਸਭ ਗੁਣ ਧਾਰਨ ਕੀਤੇ ਹਨ। ਇਹਨਾਂ ਪੰਜ ਤੱਤਾਂ ਤੋਂ ਸਰੀਰ ਬਣਿਆ ਮੰਨਿਆ ਜਾਂਦਾ ਹੈ। ਇਹਨਾਂ ਦੀ ਜਿਹੜੇ ਪੰਜ ਸੀਤਲ ਧਾਤ ਨੇ, ਸੁਭਾਅ ਨੇ, ਉਹ ਮੈਂ ਆਪਣੇ ਅੰਦਰ ਹੁਣ ਪੈਦਾ ਕਰ ਲਿਆ ਹੈ। ਐਸੀ ਰਹਿਤ ਰਹੂੰ ਹਰ ਪਾਸਾ, ਮੈਂ ਹਰੀ ਦੇ ਪਾਸ, ਹਰ ਪਾਸਾ ਮੈਂ ਹਰੀ ਦੇ ਨਾਲ ਜੁੜ ਗਿਆ, ਪ੍ਰਭੂ ਦੇ ਚਰਨਾਂ ਨਾਲ ਮੇਰੀ ਸੁਰਤ ਜੁੜ ਗਈ ਹੈ। ਇਸ ਤਰ੍ਹਾਂ ਦੀ ਰਹਿਣੀ ਮੈਂ ਰਹਿ ਰਿਹਾ। ਐਸੀ ਰਹਿਤ ਰਹੂੰ, ਮੈਂ ਇਹੀ ਜੀ ਰਹਿਣੀ ਰਹਿ ਰਿਹਾ, ਹਰ ਪਾਸਾ ਜਿਹਦੇ ਵਿੱਚ ਮੇਰੀ ਸੁਰਤ ਮਾਲਕ ਨਾਲ ਜੁੜੀ ਹੋਈ ਹੈ, ਪਰਮਾਤਮਾ ਨਾਲ ਜੁੜੀ ਹੋਈ ਹੈ। ਕਹਿ ਕਬੀਰ ਨਿਰੰਜਨ ਧਿਆਉ, ਕਬੀਰ ਜੀ ਕਹਿੰਦੇ ਆਖਦਾ ਹੈ, ਕਬੀਰ ਆਖਦਾ ਹੈ, ਮੈਂ ਮਾਇਆ ਤੋਂ ਰਹਿਤ ਉਸ ਪ੍ਰਭੂ ਨੂੰ ਸਿਮਰਦਾ ਹਾਂ, ਉਸ ਨੂੰ ਚੇਤੇ ਵਿੱਚ ਕਰਦਾ ਹਾਂ, 24 ਘੰਟੇ ਯਾਦ ਰੱਖਦਾ ਹਾਂ ਤੇ ਉਸ ਮਾਲਕ ਦਾ ਸਿਮਰਨ ਕਰਦਾ ਹਾਂ। ਤਿਤ ਕਰ ਜਾਉ ਜੈ ਬੋਹਰ ਨ ਆਉ, ਤੇ ਉਸ ਮਾਲਕ ਦੀ ਯਾਦ ਆਪਣੇ ਹਿਰਦੇ ਵਿੱਚ ਪੈਦਾ ਕਰਕੇ, ਉਹਦਾ ਸਿਮਰਨ ਕਰਕੇ ਮੈਂ ਸਹਿਜ ਅਵਸਥਾ ਵਿੱਚ ਪਹੁੰਚ ਗਿਆ, ਤੇ ਉੱਥੋਂ ਮੁੜ ਕੇ ਆਉਣ ਦੀ ਲੋੜ ਨਹੀਂ ਪੈਂਦੀ। ਉਹ ਅਵਸਥਾ ਐਸੀ ਹੈ, ਉਸ ਅਵਸਥਾ ਵਿੱਚੋਂ ਦੁਬਾਰੇ ਜਨਮ ਲੈਣ ਦੀ ਲੋੜ ਨਹੀਂ। ਦੇਖੋ ਕਬੀਰ ਜੀ ਸਾਰੇ ਸ਼ਬਦ ਵਿੱਚ ਸਾਨੂੰ ਇਹ ਚੀਜ਼ ਸਮਝਾ ਗਏ ਹੈ ਕਿ ਜਦੋਂ ਅਸੀਂ ਗੁਰੂ ਦੇ ਸ਼ਬਦ ਨਾਲ ਜੁੜਾਂਗੇ, ਗੁਰੂ ਦੇ ਸ਼ਬਦ ਨਾਲ ਜੁੜ ਕੇ ਪਰਮ ਪਿਤਾ ਪਰਮਾਤਮਾ ਨੂੰ ਜਾਣ ਲਵਾਂਗੇ, ਜਿਹੜਾ ਕਿ ਸਾਡੇ ਅੰਦਰ ਵੀ ਵਸਿਆ ਹੋਇਆ ਹੈ ਤੇ ਸਾਡੇ ਤੋਂ ਬਾਹਰ ਇਸ ਬ੍ਰਹਮੰਡ ਵਿੱਚ ਵੀ ਰਮਿਆ ਹੋਇਆ ਹੈ। ਉਸ ਅਕਾਲ ਪੁਰਖ ਵਾਹਿਗੁਰੂ ਨੂੰ ਜਦੋਂ ਅਸੀਂ ਪਛਾਣ ਲਵਾਂਗੇ ਤੇ ਫਿਰ ਉਸ ਨੂੰ ਜਾਣ ਲਵਾਂਗੇ, ਫਿਰ ਉਹਦਾ ਸਵਾਸ ਸਿਮਰਨ ਕਰਾਂਗੇ। ਫਿਰ ਸਾਨੂੰ ਕਿਤੇ ਤੀਰਥ ਇਸ਼ਨਾਨ ਜਾਂ ਬਾਹਰੀ ਇਸ਼ਨਾਨਾਂ ਦੀ ਲੋੜ ਨਹੀਂ ਪੈਣੀ, ਕਿਉਂਕਿ ਸਾਡਾ ਮਨ ਉਸ ਪਰਮਾਤਮਾ ਤੇ ਸਾਡੇ ਸੰਗਮ ਵਿੱਚ ਇਸ਼ਨਾਨ ਕਰੇਗਾ, ਉਸ ਯਾਦ ਵਿੱਚ ਜੁੜਿਆ ਰਹੇਗਾ। 24 ਘੰਟੇ ਗੁਰੂ ਜੀ ਕਹਿੰਦੇ 24 ਘੰਟੇ, ਯਾਨੀ ਹਰ ਸਮੇਂ ਸਦਾ
ਮੈਂ ਉਸ ਮਾਲਕ ਨਾਲ ਜੁੜਿਆ ਰਹਿੰਦਾ ਹਾਂ, ਆਪਣੀ ਇਸ ਸੁਰਤ ਨੂੰ ਉਸ ਵਿੱਚ ਜੋੜ ਕੇ ਰੱਖਦਾ ਹਾਂ ਅਤੇ ਉਸ ਪਰਮਾਤਮਾ ਦੇ ਵਿੱਚ ਜੁੜੀ ਹੋਈ ਮੇਰੀ ਸੁਰਤ ਨੂੰ ਕਿਤੇ ਹੋਰ ਭਟਕਣਾ ਨਹੀਂ ਪੈਂਦਾ, ਵਾਰ-ਵਾਰ ਬਾਹਰ ਨਹੀਂ ਜਾਣਾ ਪੈਂਦਾ, ਵਾਰ-ਵਾਰ ਜਨਮ ਮਰਨ ਦੇ ਗੇੜ ਵਿੱਚ ਨਹੀਂ ਪੈਣਾ ਪੈਂਦਾ। ਅਕਾਲ ਪੁਰਖ ਵਾਹਿਗੁਰੂ ਦੇ ਵਿੱਚ ਲੀਨ ਰਹਿੰਦੀ ਹੈ ਮੇਰੀ ਸੁਰਤ। ਸੋ ਇਹ ਭਾਵ ਅਰਥ, ਇਹ ਵਿਚਾਰ ਕਬੀਰ ਸਾਹਿਬ ਜੀ ਇਸ ਸ਼ਬਦ ਵਿੱਚ ਦਿੰਦੇ ਹੈ। ਹੁਣ ਇਹ ਅਵਸਥਾ ਬਦਲਣ ਦੀ ਗੱਲ ਹੈ ਸਾਰੀ। ਉਲਟੀ ਗੰਗ ਜਮਨ ਮਿਲਾਓ, ਆਪਣੇ ਆਪ ਦੀ ਸੁਰਤ ਨੂੰ ਬਦਲਣਾ ਹੈ। ਹੁਣ ਸੁਰਤ ਮਾਇਆ ਵੀ ਹੈ, ਇਸ ਸੁਰਤ ਨੂੰ ਪਰਮਾਤਮਾ ਨਾਲ ਜੋੜਨਾ ਹੈ। ਰਾਮ ਕਬੀਰਾ ਏਕ ਭਏ ਹੈ, ਕੋ ਨਾ ਸਕੇ ਪਛਾਣੀ। ਕਬੀਰ ਸਾਹਿਬ ਜੀ ਕਹਿੰਦੇ ਹੁਣ ਮੇਰਾ ਇਹ ਮਨ ਵੀ ਰਾਮ ਦਾ ਪਰਮਾਤਮਾ ਦਾ ਰੂਪ ਹੋ ਗਿਆ। ਹੁਣ ਸਿਆਣੀ ਨਹੀਂ ਆਉਂਦੀ ਕਬੀਰ ਅਤੇ ਰਾਮ ਦੇ ਵਿਚਾਲੇ, ਭੇਤ ਹੀ ਨਹੀਂ ਰਿਹਾ, ਕੋਈ ਭੇਤ ਨਹੀਂ ਰਿਹਾ ਇਹਦੇ ਵਿੱਚ। ਸੋ ਇਹ ਆਪਾਂ ਸ਼ਬਦ ਦੀ ਵਿਚਾਰ ਕਰੀਏ, ਆਪਾਂ ਬਾਣੀ ਦਾ ਇੱਕ ਸ਼ਬਦ ਰੋਜ਼ ਵਿਚਾਰੀਏ, ਰੋਜ਼ ਸੁਣੀਏ, ਉਹਨੂੰ ਸਮਝੀਏ, ਤਾਂ ਕਿ ਪੂਰੀ ਦਾ ਪੂਰਾ ਮਸਲਾ, ਪੂਰੇ ਦੀ ਪੂਰਾ ਇੱਕ ਉਪਦੇਸ਼ ਸਾਨੂੰ ਸਮਝ ਵਿੱਚ ਪੈ ਜਾਏ। ਅਸੀਂ ਕਈ ਵਾਰ ਇੱਕ ਪੰਕਤੀ ਨੂੰ ਪੜ੍ਹ ਕੇ ਉਸੇ ਦੀ ਗੱਲ ਕਰਦੇ ਰਹਿੰਦੇ ਹਾਂ, ਇੱਕ ਪੰਕਤੀ ਨਾਲ ਹੀ ਅਸੀਂ ਜੂਝਦੇ ਰਹਿੰਦੇ ਹਾਂ। ਫਿਰ ਸਾਨੂੰ ਜਿਹੜਾ ਮੇਨ ਥੀਮ ਹੈ, ਗੁਰੂ ਸਾਹਿਬ ਜੀ ਜੋ ਗੱਲ ਅਸਲ ਸਮਝਾਉਣਾ ਚਾਹੁੰਦੇ ਹੈ, ਉਹ ਸ਼ਬਦ ਪੜ੍ਹੇ ਤੋਂ ਹੀ ਸਮਝ ਵਿੱਚ ਪਏਗੀ। ਸੋ ਆਓ ਹੁਣ ਆਪਾਂ